ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸੋਹਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਜੀ। ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਇਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ ਜੀ। ਹਮੇਸ਼ਾ ਹੀ ਤਰ੍ਹਾਂ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਆ ਗੇਟਵੇ ਪੀਜ਼ਾ ਐਂਡ ਸਵੀਟਸ, ਦਾ ਅੰਪਾਇਰ ਬੈਂਕਟ ਹਾਲ ਅਤੇ ਐਕਮੇ ਟਰਾਂਸਪੋਰਟ ਲਿਮਟਿਡ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਨੇਡਾ ਸਰਕਾਰ ਦੀ ਵਿਦੇਸ਼ ਮੰਤਰੀ ਦੀ, ਕਿ ਉਹਨਾਂ ਨੇ ਕੈਨੇਡਾ ਦੇ ਲੋਕਾਂ ਨੂੰ ਕੀ ਸਲਾਹ ਦਿੱਤੀ ਆ, ਗਾਹਾਂ ਭਵਿੱਖ ਕਿਹੋ ਜਿਹਾ ਆ ਰਿਹਾ ਉਹਦੇ ਬਾਰੇ। ਅਮਰੀਕਾ ਨੇ ਯੂਕਰੇਨ ਦੀ ਮਦਦ ਦੇ ਵਾਸਤੇ ਅਮਰੀਕਨ ਕਾਂਗਰਸ ਤੋਂ $33 ਬਿਲੀਅਨ ਮੰਗੇ ਆ ਜੀ। ਨਾਲੇ ਆਪਾਂ ਗੱਲਬਾਤ ਕਰਨੀ ਹੈ BC ਦੇ ਵਿਧਾਇਕਾਂ ਦੀ ਉਸ ਕਮੇਟੀ ਦੀ ਜਿਹਨੇ ਕਿ ਸੂਬੇ ਦੇ ਵਿੱਚ RCMP ਨੂੰ ਬਦਲ ਕੇ ਮਿਊਨਿਸਪਲ ਪੁਲਿਸ ਜਾਂ ਪ੍ਰੋਵਿੰਸ਼ੀਅਲ ਪੁਲਿਸ ਲਿਆਉਣ ਦੀ ਸਿਫਾਰਿਸ਼ ਕੀਤੀ ਹੈ ਜੀ। ਪੰਜਾਬ ਦੀ ਆਪ ਸਰਕਾਰ ਨੇ ਇੱਕ ਬਹੁਤ ਸ਼ਲਾਘਾਯੋਗ ਕੰਮ ਕੀਤਾ। ਕੀ ਆ ਉਹ ਕੰਮ, ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿਆਂਗੇ। ਅਤੇ ਨਾਲ ਹੀ ਪੰਜਾਬ ਦੇ ਵਿੱਚ ਇਸ ਵੇਲੇ ਜੋ ਗਰਮੀ ਅਤੇ ਬਿਜਲੀ ਨੇ ਲੋਕਾਂ ਦਾ ਅੜਾਟ ਕਢਾਇਆ ਉਹਦੀ ਗੱਲ ਕਰਨਾ ਹੀ ਹੈ ਜੀ। ਪੰਜਾਬ 'ਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਇੱਕ ਵਾਰ ਫਿਰ ਵੱਧ ਗਈਆਂ। ਦਾਅਵੇ ਜਿਹੜੇ ਸੀਗੇ ਖੁਦਕੁਸ਼ੀਆਂ ਖਤਮ ਕਰਨ ਦੇ ਉਹ ਠੁੱਸ ਹੋ ਕੇ ਰਹਿ ਗਏ ਆ। ਅਤੇ ਪੰਜਾਬ ਦੀਆਂ ਹੋਰ ਖਬਰਾਂ ਦੇ ਵਿੱਚ ਆਪਾਂ ਕੈਪਟਨ ਉਹਨਾਂ ਦੀ ਗੱਲ ਕਰਾਂਗੇ, ਰਾਜੇ ਵੜਿੰਗ ਉਹਨਾਂ ਦੀ ਗੱਲ ਕਰਾਂਗੇ। ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਮੁੜਦੇ ਹਾਂ ਜੀ। ਦਾ ਸਹੋਤਾ ਸ਼ੋਅ 'ਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਗੱਲ ਅੱਜ ਸ਼ੁਰੂ ਕਰਾਂਗੇ ਕੈਨੇਡਾ ਤੋਂ। ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੀਨਾ ਜੋਲੀ ਜਿਹੜੇ ਹੈ ਜੀ, ਉਹਨਾਂ ਨੇ ਕਿਹਾ ਅੱਜ ਸੈਨੇਟਰਾਂ ਦੀ ਕਮੇਟੀ ਨੂੰ ਮੋਹਰਲੇ ਭਵਿੱਖ ਦੇ ਹਾਲਾਤ ਦੱਸਦਿਆਂ ਕਿ ਕੈਨੇਡਾ ਅਤੇ ਜਿਹੜੇ ਉਹਦੇ ਐਲਾਈਜ਼ ਨੇ, ਮਤਲਬ ਕਿ ਸਾਥੀ ਮੁਲਕ ਆ, ਉਹਨਾਂ ਦੇ ਲੋਕਾਂ ਨੂੰ ਇਸ ਗੱਲ ਵਾਸਤੇ ਤਿਆਰ ਰਹਿਣਾ ਚਾਹੀਦਾ ਕਿ ਉਹਨਾਂ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਹਾਲਾਤ ਦੇ ਨਾਲ ਨਜਿੱਠਣਾ ਪੈ ਸਕਦਾ। ਉਹ ਕਹਿੰਦੇ ਹਰ ਤਰ੍ਹਾਂ ਦੇ ਸਿਨੈਰੀਓ ਜਿਹੜੇ ਆ ਉਹ ਦਰਪੇਸ਼ ਹੋ ਸਕਦੇ ਆ, ਕਿਉਂਕਿ ਰੂਸ ਜਿਹੜਾ ਵਾਰ-ਵਾਰ ਪਰਮਾਣੂ ਯੁੱਧ ਦੀ ਧਮਕੀ ਜਿਹੜੀ ਆ ਦੇ ਰਿਹਾ, ਪਰਮਾਣੂ ਹਥਿਆਰ ਚਲਾਉਣ ਦੀ ਗੱਲ ਜਿਹੜੀ ਆ ਉਹ ਵਾਰ-ਵਾਰ ਕਰ ਰਿਹਾ ਆ। ਸੈਨੇਟ ਫੋਰਨ ਅਫੇਅਰਸ ਕਮੇਟੀ ਆ, ਕਿਉਂਕਿ ਮੈਲੀਨਾ ਜੋਲੀ ਜਿਹੜੇ ਕੈਨੇਡਾ ਦੇ ਵਿਦੇਸ਼ ਮੰਤਰੀ ਆ, ਉਹਨਾਂ ਵੱਲੋਂ ਸੈਨੇਟ ਦੀ ਇਸ ਜਿਹੜੀ ਕਮੇਟੀ ਦੇ ਅੱਗੇ ਪੇਸ਼ ਹੋ ਕੇ ਗੱਲਬਾਤ ਕੀਤੀ ਜਾਂਦੀ ਹੈ। ਉਹਦਾ ਜਿਹੜਾ ਮਤਲਬ ਹੁੰਦਾ ਉਹ ਇਹੀ ਹੁੰਦਾ ਕਿ ਕੈਨੇਡਾ ਦੇ ਲੋਕਾਂ ਨੂੰ ਪਤਾ ਲੱਗੇ ਕਿ ਜਿਹੜੇ ਮੋਹਰੇ ਹਾਲਾਤ ਬਣਨੇ ਆ ਉਹ ਕਿਹੋ ਜਿਹੇ ਹੋਣ ਵਾਲੇ ਆ ਜੀ। ਸੋ ਉਹਨਾਂ ਨੇ ਕਿਹਾ ਕਿ ਮੈਂ ਲੋਕਾਂ ਨੂੰ ਡਰਾਉਣਾ ਨਹੀਂ ਚਾਹੁੰਦੀ, ਕੁਛ ਵੀ ਹੋ ਸਕਦਾ। ਰੂਸ ਨੂੰ ਯੂਕਰੇਨ ਦੇ ਵਿੱਚ ਹਰਾਉਣ ਦੇ ਵਾਸਤੇ ਕੈਨੇਡਾ ਅਤੇ ਉਸਦੇ ਸਾਥੀ ਮੁਲਕ ਪੂਰਾ ਜ਼ੋਰ ਲਾ ਰਹੇ ਆ, ਪਰ ਜੇ ਇਹਦੇ ਵਿੱਚ ਕੀ ਰੂਸ ਪਛੜ ਕੇ ਭੱਜ ਜਾਂਦਾ ਜਾਂ ਆਪਣੇ ਬਚਾਅ ਦੇ ਵਾਸਤੇ ਉਹ ਪਰਮਾਣੂ ਹਥਿਆਰ ਵਰਤਦਾ ਜਾਂ ਕੋਈ ਹੋਰ ਨੀਤੀ ਘੜਦਾ, ਜੇ ਦੇ ਟਾਕਰੇ ਵਾਸਤੇ ਸਾਨੂੰ ਤਿਆਰ ਹੋਣਾ ਚਾਹੀਦਾ। ਸੋ ਜਿਸ ਤਰੀਕੇ ਦੇ ਨਾਲ ਪੂਰੀ ਦੁਨੀਆ ਵਿੱਚ ਮਹਿੰਗਾਈ ਵਧੀ ਆ, ਜਿਸ ਤਰੀਕੇ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਅਨਿਸ਼ਚਿਤਤਾ ਵਧੀ ਹੋਈ ਆ, ਵਿਆਜ ਦਰਾਂ ਵੱਧ ਰਹੀਆਂ ਆ, ਇਹਨੇ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰਨਾ ਆ। ਅਤੇ ਜਿਹੜੇ ਲੀਡਰ ਆ ਹੁਣ ਤੋਂ ਲੋਕਾਂ ਨੂੰ ਦੱਸ ਰਹੇ ਆ ਕਿ ਮੂਹਰੇ ਭਵਿੱਖ ਕਿਹੋ ਜਿਹਾ ਵੀ ਹੋ ਸਕਦਾ ਆ। ਗੱਲ ਇਕੱਲੀ ਪਰਮਾਣੂ ਹਥਿਆਰਾਂ ਦੀ ਨਹੀਂ ਹੈਗੀ, ਗੱਲ ਮਹਿੰਗਾਈ ਦੀ ਵੀ ਆ, ਘਰ ਚਲਾਉਣ ਦੀ ਵੀ ਆ, ਵਿਆਜ ਦਰਾਂ 'ਚ ਵਾਧੇ ਦੀ ਵੀ ਆ, ਜਿਹਨੇ ਕਿ ਸਭ ਕੁਛ ਨੂੰ ਪ੍ਰਭਾਵਿਤ ਕਰਨਾ। ਸੋ ਇਸ ਕਰਕੇ ਹੌਲੀ ਹੌਲੀ ਲੀਡਰ ਜਿਹੜੇ ਆ ਲੋਕਾਂ ਨੂੰ ਤਿਆਰ ਕਰ ਰਹੇ ਆ। ਸੋ ਲੋਕਾਂ ਨੂੰ ਗੱਲ ਸਮਝਣੀ ਚਾਹੀਦੀ ਆ ਕਿ ਜਿਹੜਾ ਮੂਹਰੇ ਸਮਾਂ ਆ ਰਿਹਾ ਆ ਉਹ ਕੋਈ ਬਹੁਤਾ ਵਧੀਆ ਸਮਾਂ ਨਹੀਂ ਹੈਗਾ। ਆਪਣੇ ਪੈਸੇ ਜਿਹੜੇ ਆਪਣੇ ਕੋਲ ਹੋਲਡ ਕਰਕੇ ਰੱਖੋ, ਲੋੜ ਪੈ ਸਕਦੀ ਆ। ਹੁਣ ਕਈ ਲੋਕ ਪੁੱਛਦੇ ਆ ਜੀ ਵੀ ਇਨਵੈਸਟਮੈਂਟਾਂ ਹੁਣ ਕਰਨੀਆਂ ਚਾਹੀਦੀਆਂ ਕਿ ਨਹੀਂ। ਕਿਸੇ ਨੂੰ ਨਹੀਂ ਪਤਾ ਭਵਿੱਖ ਕਿਹੋ ਜਿਹਾ ਹੋਣਾ ਮੂਹਰੇ। ਵਿਆਜ ਦਰਾਂ ਵੱਧ ਰਹੀਆਂ, ਜੇ ਕਿਸੇ ਕੋਲ 4 ਪੈਸੇ ਹੈਗੇ ਆ ਤਾਂ ਕੋਲ ਰੱਖੋ, ਕਿਉਂਕਿ ਜੇ ਮੂਹਰੇ ਕੋਈ ਮਾੜਾ ਸਮਾਂ ਆਉਂਦਾ ਤਾਂ ਤੁਹਾਡੇ ਕੋਲ ਕੁਛ ਹੋਣਾ ਚਾਹੀਦਾ ਆ। ਸੋ ਇਹ ਇਸ਼ਾਰੇ ਜਿਹੜੇ ਸਰਕਾਰਾਂ ਵੱਲੋਂ ਵੀ ਕੀਤੇ ਜਾਣ ਲੱਗੇ ਆ, ਇਹਨਾਂ ਇਸ਼ਾਰਿਆਂ ਨੂੰ ਸਮਝਣ ਦੀ ਲੋੜ ਹੁੰਦੀ ਆ। ਗੱਲ ਕਰੀਏ ਅਮਰੀਕਾ ਦੀ, ਤਾਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਅਮਰੀਕਨ ਕਾਂਗਰਸ ਦੇ ਕੋਲੋਂ $33 ਬਿਲੀਅਨ ਮੰਗੇ ਆ। ਪਹਿਲਾਂ ਉਹ ਕਹਿੰਦੇ ਸੀ ਕਿ ਇੰਨੇ ਪੈਸੇ ਦੀ ਲੋੜ ਨਹੀਂ ਪੈਣੀ, ਪਰ ਹੁਣ $33 ਬਿਲੀਅਨ ਉਹਨਾਂ ਨੇ ਇਸ ਤਰ੍ਹਾਂ ਦੱਸਿਆ ਕਿ ਇਹਦੇ ਵਿੱਚੋਂ $20 ਬਿਲੀਅਨ ਜਿਹੜੇ ਆ ਯੂਕਰੇਨ ਨੂੰ ਹਥਿਆਰ, ਅਸਲਾ ਅਤੇ ਮਿਲਟਰੀ ਤਕਨੀਕ ਜਿਹੜੀ ਹੈ ਦਿੱਤੇ ਜਾਣ 'ਤੇ ਖਰਚੇ ਜਾਣੇ ਆ। $8.5 ਬਿਲੀਅਨ ਕਹਿੰਦੇ ਵੀ ਉਹਦੀ ਬਾਂਹ ਫੜਨੀ ਪੈਣੀ ਆਰਥਿਕ ਤੌਰ ਦੇ ਉੱਤੇ, ਕਮਜ਼ੋਰ ਬਹੁਤ ਹੋ ਗਿਆ, ਉਹਦੀ ਆਰਥਿਕਤਾ ਨੂੰ ਠੁੰਮਣਾ ਦੇਣ ਵਾਸਤੇ ਚਾਹੀਦੇ ਆ। ਅਤੇ ਤਕਰੀਬਨ $3 ਬਿਲੀਅਨ ਦੇ ਲਾਗੇ ਛਾਗੇ ਉਹ ਕਹਿੰਦੇ ਵੀ ਜਿਹੜੀ ਉੱਥੇ ਇਸ ਵੇਲੇ ਲੋੜ ਆ ਲੋਕਾਂ ਨੂੰ ਭੋਜਨ ਦੀ, ਦਵਾਈਆਂ ਦੀ ਅਤੇ ਹੋਰ ਮਨੁੱਖੀ ਇਮਦਾਦ ਦੀ, ਉਹਦੇ ਵਾਸਤੇ ਖਰਚੇ ਜਾਣਗੇ। ਸੋ ਇਸ ਕਰਕੇ $33 ਬਿਲੀਅਨ ਕਹਿੰਦੇ ਤੁਰੰਤ ਅਮਰੀਕਨ ਕਾਂਗਰਸ ਸਾਨੂੰ ਦੇਵੇ ਤਾਂ ਕਿ ਅਸੀਂ ਯੂਕਰੇਨ ਦੇ ਵਿੱਚ ਲੋਕਾਂ ਦੀ ਮਦਦ ਕਰ ਸਕੀਏ। ਯੂਕਰੇਨ ਸਰਕਾਰ ਜਿਹੜੀ ਕਿ ਅਮਰੀਕਾ ਦੀ ਐਲਾਈ ਆ, ਸਾਥੀ ਆ, ਉਹਨਾਂ ਦੀ ਬਾਂਹ ਫੜ ਸਕੀਏ। ਦੂਜੇ ਪਾਸੇ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਰੂਸ ਇਸ ਨੂੰ ਕਿਸ ਤਰੀਕੇ ਲੈਂਦਾ। ਤੁਹਾਨੂੰ ਯਾਦ ਹੋਣਾ ਕਿ ਰੂਸ ਪਹਿਲੇ ਦਿਨ ਤੋਂ ਹੀ ਕਹਿੰਦਾ ਆ ਰਿਹਾ ਕਿ ਜਿੱਦਣ ਨਾਟੋ ਫੋਰਸਿਸ ਯੂਕਰੇਨ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਸ਼ਾਮਲ ਹੋ ਗਈਆਂ ਤਾਂ ਫਿਰ ਉਹ ਵੀ ਆਪਣੀ ਜਿਹੜੀ ਨੀਤੀ ਦੇ ਵਿੱਚ ਬਦਲਾਅ ਲਿਆਊਗਾ ਅਤੇ ਹਮਲੇ ਕਰੂਗਾ ਨਾਟੋ ਮੁਲਕਾਂ ਦੇ ਉੱਤੇ। ਇੱਥੋਂ ਤੱਕ ਕਿ ਪਰਮਾਣੂ ਹਥਿਆਰ ਚਲਾਉਣ ਦੀ ਗੱਲ ਕੀਤੀ ਗਈ ਸੀਗੀ। ਹੁਣ ਜਦੋਂ ਕਿ 2 ਮਹੀਨੇ ਹੋ ਚੁੱਕੇ ਆ ਤਾਂ ਰੂਸ ਉੱਥੇ ਬੁਰੀ ਤਰ੍ਹਾਂ ਫਸਿਆ ਹੋਇਆ
ਤਾਂ ਜਿਹੜੇ ਪੱਛਮੀ ਮੁਲਕ ਆ, ਚਾਹੇ ਕੈਨੇਡਾ ਆ, ਅਮਰੀਕਾ, ਫਰਾਂਸ, ਜਰਮਨੀ, ਇੰਗਲੈਂਡ ਵਗੈਰਾ ਆ, ਜਾਂ ਉੱਥੋਂ ਦੇ ਆਲੇ ਦੁਆਲੇ ਛੋਟੇ ਮੁਲਕ ਆ ਨਾਟੋ ਦੇ ਵਿੱਚ, ਉਹ ਸਾਰੇ ਹੁਣ ਧੌਣ ਚੁੱਕਣ ਲੱਗੇ ਆ। ਉਹ ਪਹਿਲਾਂ ਜਿਹੜੀ ਮਦਦ ਗੁਪਤ ਰੂਪ 'ਤੇ ਕਰ ਰਹੇ ਸੀਗੇ, ਉਹ ਹੁਣ ਖੁੱਲ੍ਹ ਕੇ ਕਰਨ ਲੱਗੇ ਆ। ਖੁੱਲ੍ਹੇ ਰੂਪ ਦੇ ਵਿੱਚ ਕਾਂਗਰਸ ਤੋਂ ਪੈਸੇ ਮੰਗੇ ਜਾ ਰਹੇ ਆ ਵੀ ਅਸੀਂ ਯੂਕਰੇਨ ਦੀ ਮਦਦ ਹਥਿਆਰਾਂ ਨਾਲ ਕਰਨੀ ਆ। ਸੋ ਇਹ ਜਿਹੇ ਦੇ ਵਿੱਚ ਰੂਸ ਕੀ ਕਰਦਾ, ਉਹਦੇ ਕੋਲ ਦੋ ਆਪਸ਼ਨਾਂ ਆ, ਜਾਂ ਤਾਂ ਉਹ ਮਰਦਾ ਕੀ ਨਾ ਕਰਦਾ ਉਹ ਆਪਣੇ ਹਥਿਆਰ ਚਲਾ ਸਕਦਾ, ਇਸ ਲੜਾਈ ਨੂੰ ਤੀਜੀ ਵਿਸ਼ਵ ਜੰਗ ਦਾ ਰੂਪ ਦੇ ਸਕਦਾ, ਅਤੇ ਜਾਂ ਫਿਰ ਜੇ ਉਹ ਆਪਣਾ ਬਚਾਅ ਕਰਦਾ ਆ ਫਿਰ ਚੁੱਪ ਕਰਕੇ ਬਹਿ ਸਕਦਾ ਆ, ਯੂਕਰੇਨ ਦੇ ਵਿੱਚੋਂ ਨਿਕਲ ਸਕਦਾ। ਸੋ ਰੂਸ ਇਹ ਕਿਹੜਾ ਰਾਹ ਅਪਣਾਉਂਦਾ ਇਹਨਾਂ ਦੋਹਾਂ ਦੇ ਵਿੱਚੋਂ, ਇਸ ਗੱਲ ਦੇ ਉੱਤੇ ਸੰਸਾਰ ਦਾ ਭਵਿੱਖ ਜਿਹੜਾ ਜੀ ਉਹ ਲੱਗਾ ਹੋਇਆ ਇਸ ਵੇਲੇ। ਗੱਲ ਆਪਾਂ BC ਦੀ ਕਰੀਏ, ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਕਰੀਏ, ਤਾਂ ਵਿਧਾਇਕਾਂ ਦੀ ਇੱਕ ਕਮੇਟੀ ਜਿਹੜੀ ਆ, ਸਰਬ ਪਾਰਟੀ ਕਮੇਟੀ ਬਣਾਈ ਗਈ ਸੀ। ਸਾਰੀਆਂ ਪਾਰਟੀਆਂ ਵਿੱਚੋਂ ਵਿਧਾਇਕ ਲੈ ਕੇ ਇਹ ਪੁੱਛਣ ਦੇ ਵਾਸਤੇ ਉਹਨਾਂ ਨੂੰ ਕੰਮ ਦਿੱਤਾ ਗਿਆ ਸੀਗਾ ਕਿ ਤੁਸੀਂ ਪਤਾ ਕਰੋ ਕਿ BC ਦੇ ਵਿੱਚ ਪੁਲਿਸ ਸਰਵਿਸ ਜਿਹੜੀ ਆ ਕਿਹੋ ਜਿਹੀ ਹੋਣੀ ਚਾਹੀਦੀ ਆ। BC ਦੇ ਬਹੁਤੇ ਹਿੱਸਿਆਂ ਦੇ ਵਿੱਚ RCMP ਜਿਹੜੀ ਕਿ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਕੈਨੇਡਾ ਦੀ ਫੋਰਸ ਆ, ਉਹੀ ਕੰਮ ਕਰ ਰਹੀ ਆ। ਕੁਝ ਸ਼ਹਿਰ ਹੈਗੇ ਆ ਵਿੱਚ, ਜਿਵੇਂ ਕਿ ਵੈਨਕੂਵਰ ਆ, ਐਬਸਫੋਰਡ ਆ, ਡੈਲਟਾ ਆ, ਜਿੱਥੇ ਕਿ ਮਿਊਨਿਸਪਲ ਫੋਰਸਿਸ ਬਣੀਆਂ ਹੋਈਆਂ। ਸਰੀ ਇੱਕ ਅਜਿਹਾ ਸ਼ਹਿਰ ਆ ਜਿਹੜਾ ਕਿ RCMP ਨੂੰ ਬਦਲ ਕੇ ਇਸ ਵੇਲੇ ਸਿਟੀ ਪੁਲਿਸ ਲਿਆ ਰਿਹਾ ਆ, ਟਰਾਂਜੀਸ਼ਨ ਦੇ ਵਿੱਚ, ਬਦਲਾਅ ਦੇ ਵਿੱਚ ਹੈਗਾ ਆ। ਹੁਣ ਅਜਿਹੇ ਮੌਕੇ ਜਿਹੜੀ ਆ ਇਹ ਰਿਪੋਰਟ ਆਉਣੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਆ, ਅਤੇ ਇਸ ਰਿਪੋਰਟ ਦੇ ਵਿੱਚ ਦਾਅਵਾ ਇਹ ਕੀਤਾ ਗਿਆ ਆ ਕਿ ਹੁਣ ਸਮਾਂ ਆ ਗਿਆ ਕਿ RCMP ਨੂੰ ਬਦਲ ਦਿੱਤਾ ਜਾਵੇ। ਇਹਦੀ ਥਾਂ ਦੇ ਉੱਤੇ ਜਾਂ ਤਾਂ ਸਬਾਈ ਪੁਲਿਸ ਬਣਾ ਲਓ ਕੋਈ, ਵੀ ਇਹ ਕੈਨੇਡਾ ਸਰਕਾਰ ਦੇ ਅਧੀਨ ਨਾ ਹੋਵੇ ਪੁਲਿਸ। ਜਿਹੜੀ RCMP ਆ ਇਹਨੂੰ ਹੁਕਮ ਜਿਹੜੇ ਓਟਵਾ ਤੋਂ ਮੰਨਣੇ ਪੈਂਦੇ ਆ। ਉਹ ਕਹਿੰਦੇ ਜਾਂ ਤਾਂ BC ਦੀ ਆਪਣੀ ਪੁਲਿਸ ਸਾਰੀ ਇੱਕ ਬਣਾ ਲਓ ਅਤੇ ਉਹ ਆਪਸ ਵਿੱਚ ਫਿਰ ਤਾਲਮੇਲ ਕਰਨ, ਜਾਂ ਫਿਰ ਉਹ ਕਹਿੰਦੇ ਵੀ ਜਿਹੜੀਆਂ ਮਿਊਨਿਸਪਲ ਪੁਲਿਸਿਸ ਆ ਉਹ ਬਣਾਈਆਂ ਜਾਣ, ਵੀ ਹਰੇਕ ਜਿਹੜੀ ਮਿਊਨਿਸਪੈਲਿਟੀ ਆ ਉਹ ਆਪੋ ਆਪਣੀ ਪੁਲਿਸ ਬਣਾ ਲਵੇ ਅਤੇ ਉਦੋਂ ਬਾਅਦ ਵਿੱਚ ਆਪਸੀ ਤਾਲਮੇਲ ਜਿਹੜਾ ਆ ਉਹ ਕੀਤਾ ਜਾਵੇ। ਸੋ ਇਸ ਰਿਪੋਰਟ ਦੇ ਨਾਲ ਉਹਨਾਂ ਲੋਕਾਂ ਨੂੰ ਅੱਜ ਕਾਫੀ ਝਟਕਾ ਲੱਗਣਾ ਜਿਹੜੇ ਕਿ ਸਰੀ ਦੇ ਵਿੱਚ RCMP ਰੱਖਣ ਦੇ ਮਦਈ ਸੀਗੇ, ਜ਼ੋਰ ਲਾ ਰਹੇ ਸੀਗੇ। ਸੋ ਜਿਹੜੀ ਇਹ ਵਿਧਾਨ ਸਭਾ ਦੀ ਕਮੇਟੀ ਬਣਾਈ ਗਈ, ਇਹਦੇ ਵਿੱਚ ਸੱਤਾਧਾਰੀ NDP ਪਾਰਟੀ ਦੇ ਵਿਧਾਇਕ ਵੀ ਸੀਗੇ, ਲਿਬਰਲ ਜਿਹੜੀ ਵਿਰੋਧੀ ਧਿਰ ਉਹਦੇ ਵੀ ਸੀਗੇ, ਗ੍ਰੀਨ ਪਾਰਟੀ ਉਹਨਾਂ ਵੱਲੋਂ ਵੀ ਸੀਗੇ। ਸੋ ਇਸ ਕਰਕੇ ਇਹ ਰਿਪੋਰਟ ਜਿਹੜੀ ਆ ਸਰਬ ਪਾਰਟੀ ਰਿਪੋਰਟ ਆ, ਇਹਦੇ 'ਤੇ ਇਹ ਨਹੀਂ ਕਿਹਾ ਜਾ ਸਕਦਾ ਵੀ ਇੱਕ ਪਾਰਟੀ ਦੀ ਸਿਫਾਰਿਸ਼ ਆ। ਇਸ ਕਮੇਟੀ ਨੇ ਇਹ ਵੀ ਕਿਹਾ ਕਿ ਅਸੀਂ ਜਿੰਨੇ ਵੀ ਤੱਥ ਘੁੱਖੇ ਆ, ਕਿਉਂਕਿ ਇਸ ਕਮੇਟੀ ਦੀ ਚੇਅਰ ਆ ਡੱਗ ਰੋਟਲੀ ਹੋਣੀ ਆ, NDP ਦੇ MLA ਆ, ਕਹਿੰਦੇ ਅਸੀਂ ਦੇਖਿਆ ਆ ਕਿ ਪੁਲਿਸ ਦਾ ਵਤੀਰਾ ਲੋਕਾਂ ਪ੍ਰਤੀ ਸਹੀ ਨਹੀਂ ਹੈਗਾ। ਪੁਲਿਸ ਵੱਲੋਂ ਬਹੁਤ ਧੱਕਾ ਕੀਤਾ ਗਿਆ ਕਈ ਥਾਈਂ, ਰੰਗ ਦੇਖ ਕੇ, ਨਸਲ ਦੇਖ ਕੇ, ਅਤੇ ਇਹ ਚੰਗੀ ਗੱਲ ਨਹੀਂ ਹੈਗੀ। ਮੂਲ ਨਿਵਾਸੀ ਲੋਕਾਂ ਦੇ ਨਾਲ ਜਿਹੜਾ ਉਹਨਾਂ ਦਾ ਵਿਹਾਰ ਆ ਉਹ ਵੀ ਸਹੀ ਨਹੀਂ ਹੈਗਾ। ਅਤੇ ਉਹ ਕਹਿੰਦੇ ਵੀ ਜਿਹੜੀ ਇਹ ਪੁਲਿਸ ਹੋਣੀ ਚਾਹੀਦੀ ਆ, ਇਹ ਸਾਮਰਾਜਵਾਦੀ ਜਿਹੜੀ ਤਾਕਤਾਂ ਉਹਨਾਂ ਤੋਂ ਦੂਰ ਹੋਣੀ ਚਾਹੀਦੀ ਆ, ਰੇਸਿਜ਼ਮ ਤੋਂ ਦੂਰ ਹੋਣੀ ਚਾਹੀਦੀ ਆ, ਅਤੇ ਇਹਨੂੰ ਜਵਾਬਦੇਹ ਬਣਾਉਣਾ ਜ਼ਰੂਰੀ ਆ। RCMP ਨੂੰ ਜਵਾਬਦੇਹ ਬਣਾਉਣਾ ਕਹਿੰਦੇ ਬਹੁਤ ਔਖਾ, ਕਿਉਂਕਿ ਉਹ ਓਟਵਾ ਨੂੰ ਜਵਾਬਦੇਹ ਆ, ਨਾ ਸ਼ਹਿਰਾਂ ਨੂੰ ਜਵਾਬਦੇਹ ਆ, ਅਤੇ ਨਾ ਉਹ ਸੂਬੇ ਨੂੰ ਜਵਾਬਦੇਹ ਆ। ਇਸ ਕਰਕੇ ਜੇਕਰ ਅਸੀਂ ਚਾਹੁੰਦੇ ਹਾਂ ਵੀ ਚੰਗੀ ਪੁਲਿਸਿੰਗ ਹੋਵੇ, ਇਹ ਕਮੇਟੀ ਦਾ ਕਹਿਣਾ ਆ, ਤਾਂ ਸਾਨੂੰ ਵੱਡੇ ਬਦਲਾਅ ਜਿਹੜੇ ਆ ਕਰਨੇ ਪੈਣਗੇ। ਉਹਦੇ ਵਾਸਤੇ ਸਾਨੂੰ ਲੋਕਲ ਪੁਲਿਸ ਜਿਹੜੀ ਆ, ਜਾਂ ਰੀਜਨਲ ਪੁਲਿਸ, ਜਾਂ ਸੂਬਾਈ ਪੁਲਿਸ ਜਿਹੜੀ ਆ ਉਹੀ ਲਿਆਉਣੀ ਪੈਣੀ ਆ, ਤਾਂ ਕਿ ਉਹ ਕਿਤੇ ਨੂੰ ਜਵਾਬਦੇਹ ਹੋਵੇ, ਕਿਸੇ ਮੇਅਰ ਨੂੰ, ਕਿਸੇ MLA ਨੂੰ, ਕਿਸੇ ਮੰਤਰੀ ਨੂੰ। ਇਹ ਨਹੀਂ ਕਿ ਉਹ ਓਟਵਾ ਨੂੰ ਸਿਰਫ ਜਵਾਬਦੇਹ ਹੋਵੇ। ਸੋ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਜੀ, ਅਤੇ ਪਹਿਲਾਂ ਵੀ ਬਹੁਤ ਕੋਸ਼ਿਸ਼ਾਂ ਚੱਲੀਆਂ ਵੀ ਇਹ ਹੋਣਾ ਚਾਹੀਦਾ। ਸਰੀ ਨੇ ਇੱਕ ਬਹੁਤ ਵੱਡਾ ਸਟੈਪ ਜਿਹੜਾ ਇਹ ਚੱਕਿਆ ਸੀਗਾ, ਜਿਹਦੀ ਵਿਰੋਧਤਾ ਬਹੁਤ ਹੋ ਗਈ ਹੈ, ਪਰ ਮੇਅਰ ਡੱਗ ਮੁਕੱਲਮ ਹੋਣੀ ਅੜੇ ਰਹੇ ਆ ਜੀ, ਅਤੇ ਉਸ ਕਦਮ ਦੇ ਵਿੱਚ ਕਾਮਯਾਬ ਹੋਏ ਆ। ਅਤੇ ਹੁਣ ਸਰੀ ਪੁਲਿਸ ਜਿਹੜੀ ਆ ਰਹੀ ਹੈ, ਅਤੇ ਹੁਣ ਵਿਧਾਇਕਾਂ ਦੀ ਇਸ ਕਮੇਟੀ ਨੇ ਵੀ ਸਿਫਾਰਿਸ਼ ਜਿਹੜੀ ਇਹੀ ਕਰ ਦਿੱਤੀ ਹੈ ਜੀ। ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਨੀ ਆ ਪੰਜਾਬ ਦੀ ਨਵੀਂ ਬਣੀ ਸਰਕਾਰ ਦੀ, ਆਮ ਆਦਮੀ ਪਾਰਟੀ ਦੀ ਸਰਕਾਰ ਦੀ, ਜਿਹਨਾਂ ਨੇ ਅੱਜ ਇੱਕ ਬਹੁਤ ਸ਼ਲਾਘਾਯੋਗ ਕਦਮ ਜਿਹੜਾ ਚੱਕਿਆ ਜੀ। ਸ਼ਲਾਘਾਯੋਗ ਕਦਮ ਇਹ ਚੱਕਿਆ ਕਿ ਉਹਨਾਂ ਨੇ ਮੋਹਾਲੀ ਦੇ ਲਾਗੇ ਸਿਸਵਾ ਇਲਾਕਾ, ਜਿੱਥੇ ਕਿ ਬਹੁਤ ਵੱਡੇ ਮਹਿੰਗੇ ਫਾਰਮ ਹੈਗੇ ਆ, ਸੁਖਬੀਰ ਬਾਦਲ ਦਾ ਸੁੱਖ ਵਿਲਾ ਹੋਟਲ ਵੀ ਉੱਥੇ ਹੀ ਆ, ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਵੀ ਉੱਥੇ ਆ, ਹੋਰ ਪੰਜਾਬ ਦੇ ਵੱਡੇ ਧਨਾੜ ਵਪਾਰੀ ਜਿਹੜੇ ਆ, ਹੋਰ ਅਮੀਰ ਲੋਕ ਆ, ਉਹਨਾਂ ਨੇ ਵੀ ਫਾਰਮ ਖਰੀਦੇ ਹੋਏ ਆ। ਚੰਡੀਗੜ੍ਹ ਦੇ ਆਮ ਲੋਕਾਂ ਨੇ ਵੀ 5-5 ਦੇ ਏਕੜ ਦੇ, 10-10 ਏਕੜ ਦੇ, 4-4 ਏਕੜ ਦੇ ਫਾਰਮ ਸਿਸਵਾ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਲੈ ਕੇ ਖਰੀਦ ਕੇ ਰੱਖੇ ਹੋਏ ਆ, ਅਤੇ ਇਹ ਇਲਾਕਾ ਜਿਹੜਾ ਬੜਾ ਵਿਕਸਿਤ ਹੋ ਰਿਹਾ। ਇੱਥੇ ਜ਼ਮੀਨ ਦੀ ਜਿਹੜੀ ਕੀਮਤ ਆ ਕਰੋੜਾਂ ਰੁਪਏ ਦੇ ਵਿੱਚ। ਪੰਜਾਬ ਸਰਕਾਰ ਵੱਲੋਂ ਮੰਤਰੀ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਆ, ਉਹਨਾਂ ਨੇ ਇਹ ਦਾਅਵਾ ਕੀਤਾ ਸੀਗਾ ਕਿ ਨਜਾਇਜ਼ ਕਬਜ਼ੇ ਜਿਹੜੇ ਸ਼ਾਮ ਲਾਟਾਂ 'ਤੇ ਹੋਏ ਆ ਉਹ ਛੁਡਾਏ ਜਾਣਗੇ। ਸੋ ਅੱਜ ਇੱਕ ਪਹਿਲੀ ਵੱਡੀ ਕਾਰਵਾਈ ਕਰਦਿਆਂ 29 ਏਕੜ ਜ਼ਮੀਨ ਦਾ ਕਬਜ਼ਾ ਕੈਪਟਨ ਬਿਕਰਮ ਸਿੰਘ ਉਹਨਾਂ ਦੇ ਕੋਲੋਂ ਛੁਡਾਇਆ ਗਿਆ ਆ। ਦੱਸਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ 30,000 ਤੋਂ ਉੱਪਰ ਏਕੜ ਜਿਹੜੇ ਆ
ਪਿੰਡਾਂ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਸ਼ਾਮਲਾਟ ਜ਼ਮੀਨ ਜਿਹੜੀ ਲੋਕਾਂ ਨੇ ਵੱਡਿਆਂ ਛੋਟਿਆਂ ਨੇ ਨੱਪੀ ਹੋਈ ਆ ਤੇ ਸਰਕਾਰ ਕਹਿੰਦੀ ਹੈ ਛਡਾਉਣੀ ਆ। 31 ਮਈ 2022 ਜਾਣੀ ਕਿ ਅਗਲੇ ਮਹੀਨੇ ਦੇ ਅੰਤ ਤੱਕ ਸਰਕਾਰ ਨੇ ਟੀਚਾ ਮੱਥਿਆ ਕਿ ਅਸੀਂ 5000 ਏਕੜ ਸ਼ਾਮਲਾਟ ਜਿਹੜੀ ਕਬਜ਼ੇ ਹੇਠ ਆ ਉਹ ਛਡਵਾਉਣੀ ਹੈ ਜੀ। ਸੋ ਇੱਕ ਬਹੁਤ ਵੱਡੀ ਚੀਜ਼ ਗੱਲ ਹੈ ਕਿ ਅੱਜ ਇੱਕ ਵੱਡੇ ਧਨਾੜ ਕੋਲੋਂ 29 ਏਕੜ ਛਡਾਏ ਗਏ ਆ ਤੇ 31 ਮਈ ਤੱਕ ਦਾਅਵਾ ਕੀਤਾ ਗਿਆ ਕਿ 5000 ਏਕੜ ਹੋਰ ਜਿਹੜੇ ਆ ਛਡਾਏ ਜਾਣਗੇ। ਹੁਣ ਗੱਲ ਹੈ ਕਿ ਇਹ ਕੈਪਟਨ ਬਿਕਰਮਜੀਤ ਸਿੰਘ ਹੈ ਕੌਣ ਸੀਗੇ, ਇਹਦੇ ਬਾਰੇ ਜਾਣਨਾ ਬੜਾ ਜ਼ਰੂਰੀ ਆ। ਇਹ ਕੋਈ ਹੋਰ ਨਹੀਂ ਹੈਗੇ ਜੀ, ਕੈਪਟਨ ਬਿਕਰਮਜੀਤ ਸਿੰਘ ਆਮ ਆਦਮੀ ਪਾਰਟੀ ਦੇ ਕਾਰਕੁਨ ਰਹੇ ਆ। 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਹੀ ਟਿਕਟ ਦੇ ਉੱਤੇ ਉਹ ਖੇਮ ਕਰਨ ਤੋਂ ਚੋਣ ਲੜ ਚੁੱਕੇ ਆ। ਪਾਰਟੀ ਦੇ ਲੰਮਾ ਸਮਾਂ ਸਪੋਕਸ ਪਰਸਨ ਵੀ ਰਹੇ ਆ ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਦੇ ਵਿੱਚ ਚਲੇ ਗਏ ਸੀਗੇ। ਸੋ ਜ਼ਾਹਰ ਆ ਕਿ ਉਹਨਾਂ ਵੱਲੋਂ ਤਰਕ ਦਿੱਤਾ ਜਾਊਗਾ, ਦਲੀਲ ਦਿੱਤੀ ਜਾਊਗੀ ਕਿ ਬਦਲਾਖੋਰੀ ਦੇ ਤਹਿਤ ਜਿਹੜਾ ਕੰਮ ਕੀਤਾ ਗਿਆ, ਕਿਉਂਕਿ ਮੈਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਚਲਾ ਗਿਆ ਸੀਗਾ। ਸੋ ਜਿਹੜਾ ਪਹਿਲਾ ਜਿਹੜਾ ਅੱਜ ਇਹ ਕਬਜ਼ਾ ਹਟਾਇਆ ਗਿਆ ਉਹ ਆਮ ਆਦਮੀ ਪਾਰਟੀ ਦੇ ਹੀ ਸਾਬਕਾ ਕਾਰਕੁਨ ਤੋਂ ਹਟਾਇਆ ਗਿਆ ਆ। ਉਮੀਦ ਹੈ ਕਿ ਹੁਣ ਗਾਂਹ ਵੀ ਵੱਡੇ ਲੋਕਾਂ ਨੂੰ ਹੱਥ ਪਾਇਆ ਜਾਊਗਾ। ਬਹੁਤ ਸਾਰੇ ਮੰਤਰੀ ਸੰਤਰੀ ਪੁਲਿਸ ਅਧਿਕਾਰੀ ਆ ਜਿਨ੍ਹਾਂ ਨੇ ਉੱਥੇ ਜ਼ਮੀਨਾਂ ਸ਼ਾਮਲਾਟ ਦੀਆਂ ਤੇ ਹੋਰ ਨਜਾਇਜ਼ ਦੱਬੀਆਂ ਹੋਈਆਂ ਆ ਜੀ। ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਇਸ ਵੇਲੇ ਗਰਮੀ ਦਾ ਕਹਿਰ ਜਿਹੜਾ ਬਦਸਤੂਰ ਜਾਰੀ ਆ। ਕੱਲ੍ਹ ਦੱਸ ਰਹੇ ਸੀਗੇ ਕਿ ਬਠਿੰਡੇ ਦੇ ਵਿੱਚ ਤਕਰੀਬਨ 44.5 ਡਿਗਰੀ ਸੈਲਸੀਅਸ ਤਾਪਮਾਨ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਵਿੱਚ ਜਿਹੜਾ ਤਾਪਮਾਨ 46 ਡਿਗਰੀ ਸੈਲਸੀਅਸ ਹੋ ਜਾਣਾ। ਈਵਨ ਚੰਡੀਗੜ੍ਹ ਜਿਹੜਾ ਆ ਥੋੜ੍ਹਾ ਠੰਡਾ ਇਲਾਕਾ ਆ, ਉੱਥੇ ਵੀ 41 ਡਿਗਰੀ ਟੈਂਪਰੇਚਰ ਜਿਹੜਾ ਹੋ ਜਾਣਾ। ਪਰ ਇਸ ਦੌਰਾਨ ਜਿਹੜੀ ਸਭ ਤੋਂ ਵੱਡੀ ਗੱਲ ਪੰਜਾਬ 'ਚੋਂ ਸੁਣਨ ਦੇਖਣ ਨੂੰ ਮਿਲ ਰਹੀ ਆ ਕਿ ਬਿਜਲੀ ਨਹੀਂ ਜੀ ਕਹਿੰਦੇ ਆ ਰਹੀ। ਬੇਸ਼ੱਕ ਸਰਕਾਰ ਨੇ ਦਾਅਵਾ ਇਹ ਕੀਤਾ ਸੀਗਾ ਕਿ ਬਿਜਲੀ ਦੀ ਸਪਲਾਈ ਨਿਰਵਿਘਨ ਰਹੂਗੀ, ਉਲਟਾ ਉਹਨਾਂ ਨੇ ਯੂਨਿਟ ਵੀ ਕਈ ਮੁਫਤ ਕਰ ਦਿੱਤੇ, 600 ਯੂਨਿਟ ਮੁਫਤ ਦੇਣੇ ਆ। ਪਰ ਲੋਕੀ ਜਿਹੜੇ ਕਹਿ ਰਹੇ ਜੀ ਕਿ ਕਹਿੰਦੇ ਬਿਜਲੀ ਆਉਂਦੀ ਹੀ ਨਹੀਂ ਹੈਗੀ, ਵੀ ਅਸੀਂ ਫ੍ਰੀ ਬਿਜਲੀ ਜਾਂ ਮੁਫਤ ਬਿਜਲੀ ਨੂੰ ਕਰਨਾ ਕੀ ਹੈ ਵੀ ਜਦੋਂ ਆਉਂਦੀ ਹੋਈ ਨਹੀਂ ਹੈਗੀ। ਬੜੇ ਲੋਕ ਪਰੇਸ਼ਾਨ ਆ। ਤਰ੍ਹਾਂ ਤਰ੍ਹਾਂ ਦੀਆਂ ਵੀਡੀਓਜ਼ ਤਰ੍ਹਾਂ ਤਰ੍ਹਾਂ ਦੇ ਬਿਆਨ ਜਿਹੜੇ ਆ ਸੋਸ਼ਲ ਮੀਡੀਆ ਦੇ ਉੱਤੇ, ਰਵਾਇਤੀ ਮੀਡੀਆ ਦੇ ਉੱਤੇ ਦੇਖਣ ਨੂੰ ਮਿਲ ਰਹੇ ਆ। ਉਹੀ ਲੋਕ ਜਿਨ੍ਹਾਂ ਨੇ ਮਹੀਨਾ ਪਹਿਲਾਂ, ਡੇਢ ਮਹੀਨਾ ਪਹਿਲਾਂ ਸਰਕਾਰ ਚੁਣੀ ਸੀ, ਉਹੀ ਹੁਣ ਸਰਕਾਰ ਨੂੰ ਕੋਸ ਰਹੇ ਆ ਕਿ ਇਹਨਾਂ ਕੋਲ ਪ੍ਰਬੰਧ ਨਹੀਂ ਜੀ ਸਹੀ ਹੋ ਰਿਹਾ ਤੇ ਇਸ ਕਰਕੇ ਬਿਜਲੀ ਜਿਹੜੀ ਆ ਨਹੀਂ ਰਹੀ। ਤੇ ਬਣੂਗਾ ਕੀ ਲੋਕਾਂ ਦਾ ਵੀ ਜੇ ਬਿਜਲੀ ਨਹੀਂ ਆਉਂਦੀ, ਲੋਕੀ ਬੇਚੈਨ ਰਹਿੰਦੇ ਆ, ਹੋਰ ਕੰਮ ਵੀ ਪ੍ਰਭਾਵਿਤ ਹੁੰਦੇ ਆ ਇਹਦੇ ਨਾਲ। ਸੋ ਗੱਲ ਅਸਲ ਵਿੱਚ ਦੇਖਣ ਵਾਲੀ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਬੇਸ਼ੱਕ ਜਿੰਨੇ ਮਰਜ਼ੀ ਦਾਅਵੇ ਕੀਤੇ ਹੋਣ, ਬਿਜਲੀ ਕੋਈ ਇਹੋ ਜਿਹੀ ਚੀਜ਼ ਤਾਂ ਹੈ ਨਹੀਂ ਗੀ ਜਿਹੜੀ ਕਿ ਰਾਈਟ ਵੇ ਪੈਦਾ ਕਰਕੇ ਕਿਤੋਂ ਲਿਆ ਦੇਣੀ ਆ। ਸਮਝੌਤੇ ਕਰਨੇ ਪੈਂਦੇ ਆ, ਇਹਦੀ ਪੈਦਾਵਾਰ ਦੇ ਵਾਸਤੇ ਪਹਿਲਾਂ ਵਿਉਂਤਾਂ ਬਣਾਉਣੀਆਂ ਪੈਂਦੀਆਂ, ਜਦ ਕਿ ਪਿਛਲੇ 5 ਸਾਲਾਂ ਦੇ ਵਿੱਚ ਕੋਈ ਵੀ ਇਹੋ ਜਿਹੀ ਵਿਉਂਤ ਘੜੀ ਨਹੀਂ ਗਈ, ਕੋਈ ਵੀ ਇਹੋ ਜਿਹਾ ਸਮਝੌਤਾ ਪਿਛਲੀਆਂ ਪਾਰਟੀਆਂ ਵੱਲੋਂ ਨਹੀਂ ਕੀਤਾ ਗਿਆ ਕਿ ਪੰਜਾਬ ਨੂੰ ਬਿਜਲੀ ਜਿਹੜੀ ਆ ਸਸਤੀ ਜਾਂ ਉਹ ਨਿਰਵਿਘਨ ਮਿਲਦੀ ਰਹੇ। ਸੋ ਇਹ ਦਿਨ ਦੇਖਣੇ ਹੀ ਪੈਣੇ ਸੀਗੇ। ਝੂਠੇ ਵਾਅਦੇ ਜਿੰਨੇ ਮਰਜ਼ੀ ਕਰੀ ਚੱਲੋ, ਪਰ ਉਹਨਾਂ ਦੇ ਉੱਤੇ ਅਮਲ ਕਰਨਾ ਬੜਾ ਔਖਾ ਹੁੰਦਾ। ਅਤੇ ਇਹੀ ਕਾਰਨ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਪੂਰੀ ਹਾਹਾਕਾਰ ਮੱਚੀ ਹੋਈ ਆ ਕਿ ਬਿਜਲੀ ਨਹੀਂ ਆ ਰਹੀ, ਕਿਉਂਕਿ ਬਿਜਲੀ ਦੇ ਉੱਤੇ ਨਾ ਪਿਛਲੀਆਂ ਸਰਕਾਰਾਂ ਨੇ ਕੋਈ ਕੰਮ ਕੀਤਾ ਆ ਅਤੇ ਪਿਛਲੀਆਂ ਸਰਕਾਰਾਂ ਨੇ ਜਦੋਂ ਕੀਤਾ ਕੰਮ ਨਹੀਂ ਤਾਂ ਬਿਜਲੀ ਆਉਣੀ ਕਿੱਥੋਂ ਆ। ਬਾਹਰਲੇ ਸੂਬਿਆਂ ਤੋਂ 20 ਰੁਪਏ ਪਰ ਯੂਨਿਟ ਮਿਲ ਰਹੀ ਹੈ ਜਿਹੜੀ ਕਿ ਵੈਸੇ ਬਹੁਤ ਮਹਿੰਗੀ ਆ ਅਤੇ ਸਰਕਾਰ ਦੇ ਹੱਥ ਬਸ ਕੁਛ ਐਡਾ ਹੈ ਨਹੀਂ ਹੈਗਾ। ਅਤੇ ਪਰ ਜਿਹੜੇ ਵਾਅਦੇ ਕੀਤੇ ਗਏ ਸੀ ਲੋਕੀ ਉਹਨਾਂ ਨੂੰ ਕਹਿ ਰਹੇ ਤੁਸੀਂ ਵਾਅਦੇ ਕਿਉਂ ਕੀਤੇ ਸੀਗੇ, ਹੁਣ ਪਗਾਓ। ਸੋ ਸਰਕਾਰ ਜਿਹੜੀ ਹੈ ਜੀ ਕਸੌਤੀ ਫਸੀ ਹੋਈ ਆ। ਪੰਜਾਬ ਦੇ ਵਿੱਚ ਜਿਹੜੀ ਇੱਕ ਹੋਰ ਵੱਡੀ ਚਿੰਤਾ ਇਸ ਵੇਲੇ ਬਣੀ ਹੋਈ ਹੈ ਜੀ, ਉਹ ਹੈਗੀ ਆ ਕਿਸਾਨ ਖੁਦਕੁਸ਼ੀਆਂ। ਕਿਸਾਨ ਖੁਦਕੁਸ਼ੀਆਂ ਕੋਈ ਨਵਾਂ ਵਰਤਾਰਾ ਨਹੀਂ। ਬੀਤੇ ਤਕਰੀਬਨ 15 ਸਾਲ ਦੇ ਵਿੱਚ ਸੈਂਕੜੇ ਕਿਸਾਨ ਜਿਹੜੇ ਆ ਪੰਜਾਬ ਦੇ, ਜਾਂ ਹਜ਼ਾਰਾਂ ਕਹਿ ਸਕਦੇ ਆ, ਉਹ ਕਰਜ਼ਿਆਂ ਕਾਰਨ ਅਤੇ ਹੋਰ ਖੇਤੀ ਕਾਰਨਾਂ ਦੇ ਕਰਕੇ ਖੁਦਕੁਸ਼ੀ ਕਰ ਚੁੱਕੇ ਆ। ਸਮੇਂ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਆ ਉਹ ਦਾਅਵੇ ਕਰਦੀਆਂ ਰਹੀਆਂ ਕਿ ਖੁਦਕੁਸ਼ੀਆਂ ਅਸੀਂ ਬੰਦ ਕਰ ਦੇਵਾਂਗੇ। ਨਵੀਂ ਸਰਕਾਰ ਜਦੋਂ ਆਈ ਆ, ਇਹਨਾਂ ਦੇ ਆਉਣ ਤੋਂ ਪਹਿਲਾਂ ਹੀ ਕੇਜਰੀਵਾਲ ਹੁਣਾਂ ਵੱਲੋਂ ਅਤੇ ਭਗਵੰਤ ਮਾਨ ਹੁਣਾਂ ਵੱਲੋਂ ਇਹ ਦਾਅਵੇ ਕੀਤੇ ਗਏ ਸੀਗੇ ਕਿ 1 ਅਪ੍ਰੈਲ ਨੂੰ ਜਦੋਂ ਨਵੀਂ ਸਰਕਾਰ ਆ ਗਈ ਉਦੋਂ ਬਾਅਦ ਪੰਜਾਬ ਦੇ ਵਿੱਚ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ, ਅਸੀਂ ਇੰਨੀਆਂ ਸਹੂਲਤਾਂ ਜਿਹੜੀਆਂ ਦੇ ਦੇਣੀਆਂ। ਪਰ ਹਾਲਾਤ ਇਹ ਨੇ ਕਿ ਸਰਕਾਰ ਬਣੀ ਨੂੰ ਹਜੇ ਕੁਝ ਹਫ਼ਤੇ ਹੋਏ ਆ, ਪਰ 15 ਦੇ ਕਰੀਬ ਕਿਸਾਨ ਅੱਡ-ਅੱਡ ਥਾਂ ਦੇ ਉੱਤੇ ਪੰਜਾਬ ਦੇ ਵਿੱਚ ਖੁਦਕੁਸ਼ੀ ਕਰ ਚੁੱਕੇ ਆ, ਮੌਤ ਵਿਆਹ ਚੁੱਕੇ ਆ। ਇਹਦੇ ਅੱਡ-ਅੱਡ ਕਾਰਨ ਆ, ਪਰ ਸਰਕਾਰ ਦੀ ਨਲਾਇਕੀ ਜਿਹੜੀ ਇੱਥੇ ਵੀ ਦਿਸ ਰਹੀ ਆ ਕਿ ਦਾਅਵੇ ਵੱਡੇ ਵੱਡੇ ਕਰ ਦਿੱਤੇ ਜਾਂਦੇ ਆ ਪਰ ਉਹ ਪੂਰੇ ਨਹੀਂ ਹੁੰਦੇ। ਹੁਣ 1.5 ਮਹੀਨੇ ਦੇ ਵਿੱਚ ਕਿਸਾਨ ਜਿਹੜੇ ਦਾ ਮਤਲਬ ਕਿਸੇ ਨਾ ਕਿਸੇ ਕੋਲੋਂ ਨਿਰਾਸ਼ ਹੋਏ ਆ, ਜਿਸ ਕਰਕੇ ਉਹ ਖੁਦਕੁਸ਼ੀਆਂ ਕਰ ਰਹੇ ਆ। ਕਿਉਂਕਿ ਜੇ ਕਿਸਾਨ ਚੜ੍ਹਦੀ ਕਲਾ ਵਿੱਚ ਹੋਵੇ, ਜੇ ਉਹਨੂੰ ਕੋਈ ਆਸ ਹੋਵੇ ਤਾਂ ਖੁਦਕੁਸ਼ੀ ਕਿਉਂ ਕਰੇ। ਇੱਕ ਵੱਡਾ ਕਾਰਨ ਕੁਦਰਤੀ ਹਾਲਾਤ ਕਰਕੇ ਕਣਕ ਦੇ ਝਾੜ ਘਟਣਾ ਸੀ, ਉੱਤੋਂ ਸਰਕਾਰ ਵੱਲੋਂ ਕੋਈ ਬਾਂਹ ਫੜੀ ਨਹੀਂ ਗਈ ਕਿਸਾਨਾਂ ਦੀ ਹਜੇ ਤੱਕ ਪੂਰੀ ਤਰ੍ਹਾਂ। ਇਹ ਇੱਕ ਵੱਡਾ ਕਾਰਨ ਹੈ ਕਿ ਜਿਹਨਾਂ ਨੇ ਠੇਕੇ 'ਤੇ ਜ਼ਮੀਨਾਂ ਲਈਆਂ ਹੋਈਆਂ, ਮਹਿੰਗੀਆਂ ਜ਼ਮੀਨਾਂ ਲਈਆਂ ਹੋਈਆਂ, ਉਹਨਾਂ ਨੂੰ ਆਪਣਾ ਭਵਿੱਖ ਹਨੇਰਾ ਦਿਸ ਰਿਹਾ। ਪਹਿਲਾਂ ਹੀ ਕਰਜ਼ਾ ਸਿਰ ਬਹੁਤ ਚੜ੍ਹਿਆ ਹੋਇਆ ਅਤੇ ਉਹ ਖੁਦਕੁਸ਼ੀ ਕਰਕੇ ਸੁਰਖਰੂ ਹੋਣਾ ਚਾਹੁੰਦੇ ਆ।
ਦੂਜਾ ਵੱਡਾ ਕਾਰਨ ਜਿਹੜਾ ਕਿਸਾਨ ਮੋਰਚੇ ਦੀ ਐਡੀ ਵੱਡੀ ਚੜ੍ਹਾਈ ਸੀਗੀ ਕਿ ਉਹਦੇ ਵਿੱਚੋਂ ਬਹੁਤ ਚੜ੍ਹਦੀ ਕਲਾ ਕਿਸਾਨਾਂ ਨੂੰ ਮਿਲੀ ਸੀਗੀ। ਜਿੰਨਾ ਚਿਰ ਕਿਸਾਨ ਮੋਰਚਾ ਚੱਲਿਆ ਖੁਦਕੁਸ਼ੀਆਂ ਨਾ ਮਾਤਰ ਹੋਈਆਂ, ਪਰ ਜਿਸ ਤਰੀਕੇ ਨਲਾਇਕ ਕਿਸਾਨ ਲੀਡਰਸ਼ਿਪ ਨੇ ਮੋਰਚੇ ਦਾ ਭੋਗ ਪਾਇਆ ਆਪਣੇ ਹੱਥੀਂ, ਉਸ ਤੋਂ ਵੀ ਨਿਰਾਸ਼ਾ ਹੋਈ ਆ। ਐਡਾ ਵੱਡਾ ਪਲੇਟਫਾਰਮ ਪੂਰੀ ਦੁਨੀਆ ਨਾਲ ਹੋਵੇ ਤੇ ਉਸ ਮੋਰਚੇ ਦੇ ਵਿੱਚੋਂ ਕੁਛ ਅਜਿਹਾ ਕੱਢਿਆ ਨਾ ਜਾ ਸਕੇ ਜੋ ਚੜ੍ਹਦੀ ਕਲਾ ਦਾ ਪ੍ਰਤੀਕ ਹੋਵੇ, ਜਿਸ ਨੂੰ ਦੇਖ ਕੇ ਕਿਸਾਨਾਂ ਅੰਦਰ ਕੋਈ ਆਸ ਜਾਗੇ। ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਨਲਾਇਕੀ ਆ। ਇਹ ਵੀ ਇੱਕ ਕਾਰਨ ਹੈ ਕਿ ਕਿਸਾਨ ਜਿਹੜੇ ਆ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਆ ਜੀ। ਤੇ ਇਸ ਦੇ ਨਾਲ ਗੱਲ ਕਰਨੀ ਆਪਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ, ਜਿਨ੍ਹਾਂ ਦੀ ਹਾਲਤ ਬਹੁਤ ਪਤਲੀ ਹੋਈ ਹੈ ਇਸ ਵੇਲੇ। ਇੱਕ ਤਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹੱਥ ਪੱਲੇ ਕੁਝ ਨਹੀਂ ਪਿਆ। ਆਸਾਂ ਆਪਣੇ ਆਪ 'ਤੇ ਬਹੁਤ ਵੱਡੀਆਂ ਲਾਈਆਂ ਹੋਈਆਂ ਸੀਗੀਆਂ ਕਿ ਮੈਂ ਹੀ ਭੰਗੀਆਂ ਵਾਲੀ ਤੋਪ ਆ, ਵੀ ਜਿੱਧਰ ਨੂੰ ਚੱਲਣੀ ਆ ਤਾਂ ਮੈਂ ਹੀ ਮੂਹਰੇ ਕਰਨੇ ਆ, ਪਰ ਆਪਣੀ ਸੀਟ ਵੀ ਜਿਹੜੀ ਆ ਉਹ ਬਚਾ ਨਹੀਂ ਸਕੇ। ਭਾਈਵਾਲੀ ਕੀਤੀ ਸੀ ਭਾਜਪਾ ਦੇ ਨਾਲ, ਉਹਨਾਂ ਦਾ ਵੀ ਕੋਈ ਫਾਇਦਾ ਨਹੀਂ ਕਰ ਸਕੇ। ਅਤੇ ਹੁਣ ਇਹ ਭਾਈਵਾਲੀ ਵੀ ਇੱਥੇ ਟੁੱਟ ਗਈ ਪ੍ਰਤੀਤ ਹੁੰਦੀ ਆ। ਭਾਜਪਾ ਨੇ ਕੈਪਟਨ ਨੂੰ ਆਪਣੇ ਟਾਂਗੇ ਦੇ ਵਿੱਚ ਮੱਧ ਵਿਚਕਾਰੇ ਲਾ ਕੇ ਖੜਾ ਕਰ ਦਿੱਤਾ। ਗੱਲ ਇਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਇਸ ਵੇਲੇ ਇੱਕ ਲੋਕ ਸਭਾ ਸੀਟ ਦੇ ਉੱਤੇ ਜ਼ਿਮਨੀ ਚੋਣ ਹੋਣੀ ਆ ਅਤੇ ਇਸ ਦੇ ਨਾਲ ਹੀ 4 ਨਿਗਮਾਂ ਦੀਆਂ ਚੋਣਾਂ ਹੋਣੀਆਂ। ਭਗਵੰਤ ਮਾਨ ਹੋਣੀ MP ਸੀ ਸੰਗਰੂਰ ਤੋਂ, ਮੁੱਖ ਮੰਤਰੀ ਬਣ ਗਏ, MLA ਦੀ ਸੀਟ ਜਿੱਤ ਕੇ, ਉਹ ਸੀਟ ਖਾਲੀ ਆ। ਸੰਗਰੂਰ ਵਿਖੇ MP ਦੀ ਚੋਣ ਹੋਣੀ ਆ ਅਤੇ ਨਾਲ ਹੀ ਪੰਜਾਬ ਦੇ 4 ਸ਼ਹਿਰਾਂ ਜਲੰਧਰ, ਲੁਧਿਆਣਾ, ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਆ। ਅਤੇ ਭਾਜਪਾ ਨੇ ਇਹ ਚੋਣਾਂ ਕੈਪਟਨ ਤੋਂ ਬਿਨਾਂ ਇਕੱਲਿਆਂ ਹੀ ਲੜਨ ਦਾ ਜਿਹੜਾ ਜੀ ਐਲਾਨ ਕਰ ਦਿੱਤਾ ਆ। ਸੋ ਕੈਪਟਨ ਜਿਹੜੇ ਕਿ ਭਾਜਪਾ ਦੇ ਟਾਂਗੇ 'ਤੇ ਚੜ੍ਹੇ ਸੀਗੇ, ਉਹਨਾਂ ਨੂੰ ਲੱਗਦਾ ਸੀਗਾ ਕਿ ਪਤਾ ਨਹੀਂ ਅਸੀਂ ਦੋਹਾਂ ਨੇ ਰਲ ਕੇ ਕੀ ਕਿਲ੍ਹਾ ਢਾਹ ਦੇਣਾ ਆ, ਪਰ ਹੋਇਆ ਦੋਹਾਂ ਕੋਲੋਂ ਕੱਖ ਨਹੀਂ। ਅਤੇ ਹੁਣ ਭਾਜਪਾ ਜਿਹੜੀ ਆਪਣੇ ਇਕੱਲਿਆਂ ਖੜ੍ਹਨ ਲਈ ਅੱਗੇ ਆਈ ਆ। ਕੈਪਟਨ ਨੂੰ ਉਹਨਾਂ ਨੇ ਪੁੱਛਿਆ ਨਹੀਂ ਹੈਗਾ। ਸੋ ਕਾਫੀ ਜਿਹੜੀ ਹੈ ਜੀ ਕੈਪਟਨ ਦੀ ਲੱਸੀ ਆਪਾਂ ਕਹਿ ਸਕਦੇ ਹਾਂ ਵੀ ਕੀਤੀ ਆ ਭਾਜਪਾ ਵਾਲਿਆਂ ਨੇ। ਅਤੇ ਕੈਪਟਨ ਸਾਹਿਬ ਕੋਲ ਹੁਣ ਕੋਈ ਹੋਰ ਚਾਰਾ ਨਹੀਂ। ਹਾਂ ਇੰਨਾ ਆ ਵੀ ਸਿਸਮਾ ਫਾਰਮ ਵਿੱਚ ਜਾ ਕੇ ਕੋਈ ਸੈਡ ਸੌਂਗ ਸੁਣ ਸਕਦੇ ਆ। ਪੰਜਾਬ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਜਦੋਂ ਨਵੀਂ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ, ਤਾਂ ਇਹਨਾਂ ਨੇ 2 ਸਾਬਕਾ ਆਮ ਆਦਮੀ ਪਾਰਟੀ ਦੇ ਆਗੂ ਜਿਹੜੇ ਦਿੱਲੀ ਵਿੱਚ ਨਾਲ ਸੰਬੰਧਿਤ ਆ, ਉਹਨਾਂ ਦੇ ਉੱਤੇ ਕੇਸ ਦਰਜ ਕਰਵਾਏ ਆ। ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਬਾ। ਕੁਮਾਰ ਵਿਸ਼ਵਾਸ ਦੇ ਉੱਤੇ ਦੋਸ਼ ਇਹ ਸੀਗਾ ਕਿ ਉਹਨੇ ਕੇਜਰੀਵਾਲ ਦੇ ਉੱਤੇ ਗਲਤ ਦੋਸ਼ ਲਾਏ ਸੀਗੇ ਕਿ ਖਾਲਿਸਤਾਨ ਦਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਆ, ਵੱਖਵਾਦੀ ਤਾਕਤਾਂ ਨੂੰ ਹਵਾ ਦਿੰਦਾ ਆ। ਅਲਕਾ ਲਾਂਬਾ ਜਿਹੜੀ ਕਿ ਪਹਿਲਾਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਹੀ ਆ, ਸਾਥਣ ਰਹੀ ਆ, ਉਹਨੇ ਕੁਮਾਰ ਵਿਸ਼ਵਾਸ ਦੀ ਹਾਂ 'ਚ ਹਾਂ ਭਰੀ ਸੀਗੀ। ਨਾ ਕੇਜਰੀਵਾਲ ਪੰਜਾਬ ਦਾ, ਨਾ ਕੁਮਾਰ ਵਿਸ਼ਵਾਸ ਪੰਜਾਬ ਦਾ, ਨਾ ਅਲਕਾ ਲਾਂਬਾ ਪੰਜਾਬ ਦੀ, ਪਰ ਪੰਜਾਬ ਪੁਲਿਸ ਨੇ ਜਾ ਕੇ ਅਲਕਾ ਲਾਂਬਾ ਅਤੇ ਕੁਮਾਰ ਵਿਸ਼ਵਾਸ ਦੇ ਉੱਤੇ ਜਾ ਕੇ ਪਰਚਾ ਦਰਜ ਕਰ ਦਿੱਤਾ, ਜਿਹਦੀਆਂ ਉਹ ਤਰੀਕਾਂ ਭੁਗਤਣ ਹੁਣ ਪੰਜਾਬ ਆਉਂਦੇ ਆ। ਹੁਣ ਉਹ ਕਹਿ ਰਹੇ ਆ ਕਿ ਇਹ ਸਿਆਸੀ ਬਦਲਾਖੋਰੀ ਦੇ ਤਹਿਤ ਜਿਹੜਾ ਸਭ ਕੁਝ ਕੀਤਾ ਜਾ ਰਿਹਾ। ਪੰਜਾਬ ਦੇ ਕਾਂਗਰਸੀ ਅਲਕਾ ਲਾਂਬਾ ਦੇ ਨਾਲ ਖੜ੍ਹ ਰਹੇ ਆ। ਅੱਜ ਵੀ ਜਦੋਂ ਉਹ ਪੰਜਾਬ ਪੇਸ਼ੀ ਦੇ ਉੱਤੇ ਆਈ ਆ ਤਾਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਇਹਦੇ ਨਾਲ ਹੋਰ ਵੱਡੇ ਵੱਡੇ ਕਾਂਗਰਸੀ ਆਗੂ ਉਹ ਵੀ ਪਹੁੰਚੇ ਉੱਥੇ। ਇੱਕ ਧਰਨਾ ਜਿਹਾ, ਇੱਕ ਰੋਸ ਮੁਜ਼ਾਹਰਾ ਕਰਨ ਦੀ ਵੀ ਕੋਸ਼ਿਸ਼ ਕੀਤੀ ਆ। ਅਤੇ ਰਾਜਾ ਵੜਿੰਗ ਜਿਹੜੇ ਕਿ ਇਸ ਵੇਲੇ ਕਾਂਗਰਸ ਦੇ ਪ੍ਰਧਾਨ ਆ, ਉਹਨੇ ਇਹ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸ਼ਹਿ 'ਤੇ ਸਿਆਸੀ ਬਦਲਾਖੋਰੀ ਕਰਕੇ ਅਲਕਾ ਲਾਂਬਾ ਨੂੰ ਨਿਸ਼ਾਨਾ ਬਣਾਇਆ ਗਿਆ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਪੁਲਿਸ ਦੀ ਦੁਰਵਰਤੋਂ ਕਰ ਰਹੀ ਆ। ਅਤੇ ਉਹਨੇ ਇੱਥੋਂ ਤੱਕ ਕਿਹਾ ਕਿ ਸਾਡੀ ਭੈਣ ਅਲਕਾ ਲਾਂਬਾ ਖਿਲਾਫ ਕਿਸੇ ਵੀ ਤਰ੍ਹਾਂ ਦੀ ਬੇਇਨਸਾਫੀ ਬਰਦਾਸ਼ਤ ਨਹੀਂ ਕੀਤੀ ਜਾਊਗੀ। ਇਹ ਤੋਂ ਵੀ ਅੱਗੇ ਵੱਧ ਕੇ ਉਹ ਕਹਿੰਦੇ, ਰਾਜਾ ਵੜਿੰਗ ਉਹਨਾਂ ਨੂੰ ਤੜਿੰਗ ਲੱਗਾ ਕਿ ਭਗਵੰਤ ਮਾਨ ਸਰਕਾਰ ਜਾਣ ਬੁੱਝ ਕੇ ਅਲਕਾ ਲਾਂਬਾ ਨੂੰ ਪਰੇਸ਼ਾਨ ਕਰ ਰਹੀ ਆ। ਅਤੇ ਉਹ ਕਹਿੰਦੇ ਵੀ ਭਗਵੰਤ ਮਾਨ ਜੀ, ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ, ਇਹ ਬਦਲਾਅ ਨਹੀਂ ਹੈਗਾ। ਵੀ ਕੀ ਇਹ ਬਦਲਾਅ ਆ? ਉਹਨਾਂ ਨੇ ਸਵਾਲ ਕਰਕੇ ਪੁੱਛਿਆ। ਹੁਣ ਇਹ ਸਵਾਲ ਭਗਵੰਤ ਮਾਨ ਉਹਨਾਂ ਨੂੰ ਪੁੱਛਣ ਤੋਂ ਪਹਿਲਾਂ ਰਾਜਾ ਵੜਿੰਗ ਉਹਨਾਂ ਨੂੰ ਖੁਦ ਪੁੱਛਣਾ ਚਾਹੀਦਾ ਵੀ ਕਾਂਗਰਸ ਦਾ ਇੰਨਾ ਲੰਮਾ ਸਮਾਂ ਰਾਜ ਰਿਹਾ ਆ, ਕੀ ਤੁਹਾਡੇ ਰਾਜ ਦੇ ਵਿੱਚ ਧੀਆਂ ਭੈਣਾਂ ਦੀ ਬੇਇੱਜ਼ਤੀ ਨਹੀਂ ਹੋਈ? ਕੀ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਲਿਜਾ ਕੇ ਥਾਣਿਆਂ ਦੇ ਵਿੱਚ ਉਹਨਾਂ ਦੀ ਪੱਤ ਨਹੀਂ ਰੋਲੀ ਗਈ? ਭਰਾਵਾਂ ਦੇ ਸਾਹਮਣੇ, ਪਿਓਆਂ ਦੇ ਸਾਹਮਣੇ ਉਹਨਾਂ ਦੇ ਉੱਤੇ ਤਸ਼ੱਦਦ ਜਿਹੜਾ ਅਣਮਨੁੱਖੀ ਨਹੀਂ ਕੀਤਾ ਗਿਆ? ਸੋ ਅੱਜ ਦੁੱਖ ਲੱਗਾ ਕਿ ਇੱਕ ਦਿੱਲੀ ਦੀ ਕਾਂਗਰਸ ਆਗੂ ਨੂੰ ਪੰਜਾਬ ਸਰ ਪੇਸ਼ੀ 'ਤੇ ਆਉਣਾ ਪਿਆ। ਅਤੇ ਤੁਹਾਨੂੰ ਇਸੇ ਗੱਲ ਦਾ ਇੰਨਾ ਦੁੱਖ ਲੱਗਾ ਕਿ ਧੀਆਂ ਭੈਣਾਂ ਦੀ ਬੇਪਤੀ ਹੋ ਰਹੀ ਆ, ਪਰ ਉਹ ਭੁੱਲ ਗਏ ਕਿ ਪਿਛਲੇ 35 ਸਾਲ ਦੇ ਵਿੱਚ ਕਿਵੇਂ ਪੂਰੇ ਪੰਜਾਬ ਦੇ ਵਿੱਚੋਂ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਥਾਣਿਆਂ ਦੇ ਵਿੱਚ ਲਿਆ ਕੇ ਤੁਹਾਡੀ ਪਾਰਟੀ ਜਿਹੜੀ ਆ ਬੇਇੱਜ਼ਤ ਕਰਦੀ ਰਹੀ ਆ। ਸੋ ਕਹਿਣਾ ਵੀ ਕਹਿੰਦੇ ਵੀ ਕਰਮ ਜਿਹੜੇ ਇੱਥੇ ਕਿਤੇ ਦਿਸ ਪੈਂਦੇ ਆ, ਕੀਤਾ ਅੱਗੇ ਆ ਜਾਂਦਾ। ਸੋ ਕਾਂਗਰਸ ਦਾ ਕੀਤਾ ਹੌਲੀ ਹੌਲੀ ਜਿਹੜਾ ਨਹੀਂ ਪੂਰਾ ਖੁੱਲ੍ਹ ਕੇ ਅੱਗੇ ਆ ਰਿਹਾ। ਅਤੇ ਇਹ ਤੋਂ ਸਿੱਖਣ ਦੀ ਲੋੜ ਗਾਹਾਂ ਬਾਕੀਆਂ ਨੂੰ ਵੀ ਆ ਵੀ ਜੇ ਅੱਜ ਧੱਕਾ ਕਰੋਗੇ ਤਾਂ ਕੱਲ੍ਹ ਨੂੰ ਤੁਹਾਡੇ ਨਾਲ ਵੀ ਕਿਸੇ ਨਾ ਕਿਸੇ ਤਰੀਕੇ ਧੱਕਾ ਹੋਣਾ ਆ। ਇੱਥੇ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਬਖਸ਼ੋ। ਕੱਲ੍ਹ ਨੂੰ ਹੋਰ ਗੱਲਬਾਤ, ਹੋਰ ਜਾਣਕਾਰੀ ਲੈ ਕੇ ਤੁਹਾਡੀ ਸੇਵਾ 'ਚ ਫਿਰ ਹਾਜ਼ਰ ਹੋਵਾਂਗੇ ਜੀ। ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।